Hello students, today we are going to start with the topic biasing and characteristics of PN junction. बेटा लास्ट ਲੈਕਚਰ ਦੇ ਵਿੱਚ ਆਪਾਂ ਪੜਿਆ ਫਾਰਮੇਸ਼ਨ ਆਫ PN ਜੰਕਸ਼ਨ, ਉਸ ਦੇ ਵਿੱਚ ਆਪਾਂ ਡਿਫਿਊਜ਼ਨ ਕਰੰਟ, ਡ੍ਰਿਫਟ ਕਰੰਟ, ਬੈਰੀਅਰ ਪੋਟੈਂਸ਼ੀਅਲ ਇਹਨਾਂ ਬਾਰੇ ਪੜਿਆ। ਅੱਜ ਆਪਾਂ ਹੁਣ ਦੇਖਣਾ ਹੈ ਕਿ ਜਦੋਂ ਆਪਾਂ PN ਜੰਕਸ਼ਨ ਦੇ ਨਾਲ ਕਿਸੇ ਬੈਟਰੀ ਨੂੰ ਕਨੈਕਟਡ ਕਰਦੇ ਹਾਂ ਤਾਂ ਉਸ ਦੇ ਵਿੱਚ ਕਰੰਟ ਦਾ ਕੀ ਬਿਹੇਵੀਅਰ ਹੋਏਗਾ। ਠੀਕ ਹੈ, ਨਾਓ ਲੈਟਸ ਸਟਾਰਟ ਵਿਦ ਦ ਟੋਪਿਕ। So what is biasing of a PN junction diode? Method of applying external potential difference to PN junction, that is called biasing। मतलब ਜਦੋਂ ਆਪਾਂ ਕੋਈ ਬੈਟਰੀ ਲਗਾਉਂਦੇ ਹਾਂ, ਕੋਈ ਵੀ potential difference ਅਪਲਾਈ ਕਰਦੇ ਹਾਂ PN junction ਦੇ ਅਕ੍ਰੋਸ, ਉਸਨੂੰ ਆਪਾਂ ਕੀ ਕਹਿੰਦੇ ਹਾਂ? biasing। biasing ਤਿੰਨ ਤਰੀਕੇ ਦੀ ਹੋ ਸਕਦੀ ਹੈ। one is zero bias। zero bias ਮਤਲਬ ਜਦੋਂ ਆਪਾਂ ਕੋਈ ਵੀ external voltage ਅਪਲਾਈ ਨਹੀਂ ਕਰਦੇ। ਨੈਕਸਟ ਇਜ਼ ਫਾਰਵਰਡ ਬਾਇਸ। ਫਾਰਵਰਡ ਬਾਇਸ ਦਾ ਮਤਲਬ ਕੀ ਹੈ? ਹੁਣ ਬੇਟਾ ਧਿਆਨ ਨਾਲ ਸੁਣੋ। PN ਜੰਕਸ਼ਨ ਦੇ ਵਿੱਚ ਦੋ ਟਰਮੀਨਲ ਹੈ, ਦੋ ਟਾਈਪ ਦੇ ਸੈਮੀਕੰਡਕਟਰ ਹੈ, ਇੱਕ P ਤੇ ਇੱਕ N। ਸਿਮਿਲਰਲੀ ਜਦੋਂ ਆਪਾਂ ਬੈਟਰੀ ਦੇ ਟਰਮੀਨਲਸ ਦੀ ਗੱਲ ਕਰੀਏ, ਉਸਦੇ ਵੀ ਇੱਕ ਪੋਜ਼ਿਟਿਵ ਟਰਮੀਨਲ ਹੈ ਤੇ ਦੂਸਰਾ ਨੈਗੇਟਿਵ ਟਰਮੀਨਲ। ਤਾਂ ਜਦੋਂ ਪੋਜ਼ਿਟਿਵ ਆਫ ਦਾ ਬੈਟਰੀ ਇਜ਼ ਕਨੈਕਟਡ ਟੂ P टाइप सैमीकंडक्टर, मतलब P ਨੂੰ पॉजिटिव ਨੂੰ P ਦੇ ਨਾਲ ਕਨੈਕਟਡ ਕਰੀਏ। ਸਿਮਿਲਰਲੀ ਨੈਗੇਟਿਵ ਟਰਮੀਨਲ ਇਜ਼ ਕਨੈਕਟਡ ਟੂ N ਟਾਈਪ ਆਫ ਕੰਡਕਟਰ। N ਨੂੰ N ਦੇ ਨਾਲ, ਨੈਗੇਟਿਵ ਨੈਗੇਟਿਵ ਦੇ ਨਾਲ, ਪੋਜ਼ਿਟਿਵ ਪੋਜ਼ਿਟਿਵ ਦੇ ਨਾਲ ਕਨੈਕਟਡ ਹੋਵੇ ਤਾਂ ਉਸ ਬਾਇਸਿੰਗ ਨੂੰ ਆਪਾਂ ਕੀ ਕਹਾਂਗੇ? ਫਾਰਵਰਡ ਬਾਇਸਿੰਗ। ਇੱਕ ਹੁੰਦੀ ਹੈ ਬੇਟਾ ਰਿਵਰਸ ਬਾਇਸਿੰਗ। ਫਾਰਵਰਡ ਤੇ ਰਿਵਰਸ ਨੂੰ ਆਪਾਂ ਹੁਣ ਡਿਟੇਲਸ ਦੇ ਵਿੱਚ ਪੜਾਂਗੇ। ਇਸ ਦੇ ਸਰਕਟ ਦੇ ਨਾਲ ਕਰੰਟ ਨੂੰ ਐਕਸਪਲੇਨ ਕਰਾਂਗੇ ਕਿ ਕਿਵੇਂ ਕਰੰਟ ਬਿਹੇਵ ਕਰਦਾ ਦੋਨੋਂ ਬਾਇਸਿੰਗ ਦੇ ਵਿੱਚ। ਰਿਵਰਸ ਬਾਇਸਿੰਗ ਕੀ ਹੁੰਦੀ ਹੈ? ਜਦੋਂ ਪੋਜ਼ਿਟਿਵ ਟਰਮੀਨਲ ਨੂੰ N ਟਾਈਪ ਦੇ ਨਾਲ ਕਨੈਕਟ ਕਰੀਏ ਤੇ ਨੈਗੇਟਿਵ ਟਰਮੀਨਲ ਨੂੰ ਆਪਾਂ P ਟਾਈਪ ਸੈਮੀਕੰਡਕਟਰ ਦੇ ਨਾਲ ਕਰੀਏ। ਇਸ ਦੇ ਵਿੱਚ ਆਪੋਜ਼ਿਟ ਹੁੰਦੇ ਹੈ। ਫਾਰਵਰਡ ਬਾਇਸਿੰਗ ਤੇ ਰਿਵਰਸ ਬਾਇਸਿੰਗ ਦੇ ਵਿੱਚ ਇਹੀ ਫਰਕ ਹੈ ਕਿ ਉਹ ਫਾਰਵਰਡ ਬਾਇਸਿੰਗ ਦੇ ਵਿੱਚ ਆਪਾਂ ਪੋਜ਼ਿਟਿਵ ਨੂੰ P ਦੇ ਨਾਲ, ਨੈਗੇਟਿਵ ਨੂੰ N ਦੇ ਨਾਲ, ਬਟ ਰਿਵਰਸ ਬਾਇਸ ਦੇ ਵਿੱਚ ਪੋਜ਼ਿਟਿਵ ਨੂੰ N ਦੇ ਨਾਲ, ਨੈਗੇਟਿਵ ਨੂੰ P ਦੇ ਨਾਲ। ਕਲੀਅਰ? ਨਾਓ ਲੈਟਸ ਸਟਾਰਟ ਵਿਦ ਦ ਫਾਰਵਰਡ ਬਾਇਸਿੰਗ। ਹੁਣ ਬੇਟਾ ਇਹਨੂੰ ਧਿਆਨ ਨਾਲ ਸਮਝੋ। ਦੇਖੋ P ਨੂੰ ਪੋਜ਼ਿਟਿਵ ਟਰਮੀਨਲ ਨਾਲ ਕਨੈਕਟਡ ਹੈ ਤੇ N ਨੈਗੇਟਿਵ ਟਰਮੀਨਲ ਦੇ ਨਾਲ ਕਨੈਕਟਡ ਹੈ। ਤਾਂ ਜਦੋਂ ਵੀ ਇਸ ਤਰ੍ਹਾਂ ਦੀ ਕਨੈਕਸ਼ਨ ਹੋਵੇ ਤਾਂ ਇਹ ਕਿਹੜੀ ਬਾਇਸਿੰਗ ਹੈ? ਫਾਰਵਰਡ ਬਾਇਸਿੰਗ ਹੈ। ਤਾਂ ਦੇਖੋ ਜਦੋਂ ਪੋਜ਼ਿਟਿਵ ਟਰਮੀਨਲ P ਟਾਈਪ ਦੇ ਨਾਲ ਤੇ ਨੈਗੇਟਿਵ ਟਰਮੀਨਲ N ਟਾਈਪ ਦੇ ਨਾਲ, ਜਦੋਂ ਆਪਾਂ ਇਹਨੂੰ ਸਰਕਿਟ ਦੇ ਵਿੱਚ ਲਗਾਵਾਂਗੇ, ਆਪਾਂ ਸਿੰਬਲ ਪੜ੍ਹਿਆ ਸੀ ਇਹਦਾ PN ਜੰਕਸ਼ਨ ਦਾ ਕੀ ਹੁੰਦਾ। ਦੇਖੋ ਇਹ ਵਾਲੀ ਲਾਈਨ ਜਦੋਂ ਨੈਗੇਟਿਵ ਟਰਮੀਨਲ ਨਾਲ ਕਨੈਕਟਡ ਹੋਵੇ ਤੇ ਇਹ ਟ੍ਰਾਇੰਗਲ ਪੋਜ਼ਿਟਿਵ ਪੋਜ਼ਿਟਿਵ ਨਾਲ, ਤਾਂ ਇਹ ਕੀ ਹੋਏਗੀ? ਫਾਰਵਰਡ ਬਾਇਸਿੰਗ। ਹੁਣ ਫਾਰਵਰਡ ਬਾਇਸਿੰਗ ਦੇ ਵਿੱਚ ਕੀ ਕੁਝ ਹੋ ਸਕਦਾ ਹੈ? ਕਰੰਟ ਤੇ ਕੀ ਇਫੈਕਟ ਪੜੇਗਾ? ਮੈਜੋਰਿਟੀ ਤੇ ਮਾਈਨੋਰਿਟੀ ਕੈਰੀਅਰਸ ਤੇ ਕੀ ਇਫੈਕਟ ਪਏਗਾ? ਦੇਖੋ ਹੁਣ ਬੇਟਾ ਇੱਥੇ ਨੈਗੇਟਿਵ ਟਰਮੀਨਲ ਨਾਲ ਕਨੈਕਟ ਹੈ ਤਾਂ ਇੱਥੇ ਨੈਗੇਟਿਵ ਫੀਲਡ ਆਪਾਂ ਅਪਲਾਈ ਕਰ ਰਹੇ ਹਾਂ। ਸਿਮਿਲਰਲੀ ਇਹ ਪੋਜ਼ਿਟਿਵ ਤਾਂ ਇੱਥੇ ਵੀ ਪੋਜ਼ਿਟਿਵ ਆਏਗਾ। ਜਿਹੜੀ ਇਸ PN ਜੰਕਸ਼ਨ, ਜਿਹੜੀ ਇੱਥੇ ਡਿਪਲੀਸ਼ਨ ਲੇਅਰ ਬਣੀ ਸੀ, ਉਹਦਾ ਇਸ ਸਾਈਡ ਟਰਮੀਨਲ ਕਿਹੜਾ? ਪੋਜ਼ਿਟਿਵ, ਇਸ ਸਾਈਡ ਕਿਹੜਾ? ਨੈਗੇਟਿਵ। ਤਾਂ ਦੇਖੋ ਇਹ ਹੁਣ ਜਿਹੜੀ ਉਹ ਫੈਕਟੀਸ਼ੀਅਸ ਬੈਟਰੀ ਜਾਂ ਜਿਹੜਾ ਆਪਾਂ ਬੈਰੀਅਰ ਪੋਟੈਂਸ਼ੀਅਲ ਦੀ ਗੱਲ ਕੀਤੀ ਸੀ, ਉਹ ਦੇਖੋ ਇੱਥੇ ਪੋਜ਼ਿਟਿਵ, ਇੱਥੇ ਨੈਗੇਟਿਵ, ਇੱਥੇ ਨੈਗੇਟਿਵ, ਇੱਥੇ ਕੀ ਹੈ? ਪੋਜ਼ਿਟਿਵ। ਤਾਂ ਇਹਦਾ ਮਤਲਬ ਜਿਹੜੀ ਆਪਾਂ ਐਕਸਟਰਨਲ ਵੋਲਟੇਜ ਅਪਲਾਈ ਕਰ ਰਹੇ ਹਾਂ, ਉਹ ਜਿਹੜੀ ਇਸ ਬੈਰੀਅਰ ਪੋਟੈਂਸ਼ੀਅਲ ਦੀ ਵੋਲਟੇਜ ਹੈ ਉਹਨੂੰ ਕੀ ਕਰ ਰਹੀ ਹੈ? ਰਿਡਿਊਸ ਕਰ ਰਹੀ ਹੈ। ਇਹ ਵਾਲੀ ਬੈਟਰੀ ਜਿਹੜੀ ਆਪਾਂ ਐਕਸਟਰਨਲ ਲਗਾਈ ਹੈ, ਜਿਹੜਾ ਇੱਥੇ ਆਪਣਾ ਬੈਰੀਅਰ ਪੋਟੈਂਸ਼ੀਅਲ ਹੈ, ਉਸ ਦੇ ਇਫੈਕਟ ਨੂੰ ਕੀ ਕਰ ਰਹੀ ਹੈ? ਘਟਾ ਰਹੀ ਹੈ। ਜਦੋਂ ਬੈਰੀਅਰ ਪੋਟੈਂਸ਼ੀਅਲ ਘਟੇਗਾ, ਇਹਦੀ ਵਿਡਥ ਘਟੇਗੀ। ਵਿਡਥ ਘਟੇਗੀ ਤਾਂ ਜਿਹੜੇ ਮੈਜੋਰਿਟੀ ਕੈਰੀਅਰਸ ਨੇ ਇਸ ਨੂੰ ਕ੍ਰੋਸ ਕਰ ਪਾਉਣਗੇ। ਜਦੋਂ ਮੈਜੋਰਿਟੀ ਕੈਰੀਅਰਸ ਇਸ ਜੰਕਸ਼ਨ ਨੂੰ ਕ੍ਰੋਸ ਕਰ ਸਕਣਗੇ ਤਾਂ ਕੀ ਹੋਏਗਾ? ਕਰੰਟ ਫਲੋ ਕਰੇਗਾ। ਠੀਕ ਹੈ, ਆਪਾਂ ਇਹਨੂੰ ਇੱਕ ਹੋਰ ਤਰੀਕੇ ਦੇ ਨਾਲ ਵੀ ਦੇਖ ਸਕਦੇ ਹਾਂ। ਇੱਥੇ ਨੈਗੇਟਿਵ ਪੋਟੈਂਸ਼ੀਅਲ ਅਪਲਾਈ ਕੀਤਾ ਤਾਂ ਜਿਹੜੇ ਇਸ N ਟਾਈਪ ਦੇ ਵਿੱਚ ਮੈਜੋਰਿਟੀ ਕੈਰੀਅਰਸ ਕਿਹੜੇ ਹੁੰਦੇ ਨੇ? ਇਲੈਕਟ੍ਰੋਨ। ਤਾਂ ਇਹ ਇਲੈਕਟ੍ਰੋਨਸ ਨੂੰ ਰਿਪੈਲ ਕਰੇਗਾ, ਨੈਗੇਟਿਵ ਨੈਗੇਟਿਵ ਨੂੰ ਰਿਪੈਲ ਕਰਦਾ। ਸਿਮਿਲਰਲੀ ਇੱਥੇ ਪੋਜ਼ਿਟਿਵ ਟਰਮੀਨਲ ਆਪਾਂ ਕਨੈਕਟ ਕੀਤਾ, P ਟਾਈਪ ਦੇ ਵਿੱਚ ਕਿਹੜੇ ਮੈਜੋਰਿਟੀ ਕੈਰੀਅਰਸ ਹੁੰਦੇ ਨੇ? ਹੋਲਸ। ਤਾਂ ਇਹ ਜਿਹੜਾ
पॉजिटिव पोटेंशियल है होल्स नू रिपैल करेगा और रिपैल करके किस तरफ जाएंगे, ये दोनों साइड तो जंक्शन की तरफ आएंगे। तो यदा मतलब ਜਿਹੜੀ ਇਹ ਡਿਪਲੀਸ਼ਨ ਲੇਅਰ ਹੈ ਉਹ ਕੀ ਹੋਣ ਲੱਗ ਜਾਏਗੀ, ਰਿਡਿਊਸ ਹੋਣ ਲੱਗ ਜਾਏਗੀ। ਜਦੋਂ ਹੀ ਡਿਪਲੀਸ਼ਨ ਲੇਅਰ ਰਿਡਿਊਸ ਹੋਏਗੀ ਤਾਂ ਇਹਦੇ ਵਿੱਚ ਮੈਜੋਰਿਟੀ ਕੈਰੀਅਰਸ ਫਲੋ ਕਰ ਰਹੇ ਨੇ ਤੇ ਕਰੰਟ ਕੀ ਹੋਏਗਾ, ਫਲੋ ਕਰਨ ਲੱਗ ਜਾਏਗਾ। ਤਾਂ ਹੁਣ ਜੋ ਚੀਜ਼ ਧਿਆਨ ਰੱਖਣੀ ਹੈ ਕਿ ਜਦੋਂ ਫਾਰਵਰਡ ਬਾਇਸ ਹੁੰਦਾ ਹੈ ਡਿਪਲੀਸ਼ਨ ਲੇਅਰ ਦਾ ਇਫੈਕਟ ਵਿਡਥ ਕੀ ਹੋ ਜਾਂਦੀ ਹੈ, ਘਟ ਜਾਂਦੀ ਹੈ। ਜਿਹੜਾ ਬੈਰੀਅਰ ਪੋਟੈਂਸ਼ੀਅਲ ਹੁੰਦਾ ਉਹ ਵੀ ਕੀ ਹੋ ਜਾਏਗਾ, ਰਿਡਿਊਸ ਹੋ ਜਾਏਗਾ ਤੇ ਕਰੰਟ ਕੀ ਕਰੇਗਾ, ਫਲੋ ਕਰਨ ਲੱਗ ਜਾਏਗਾ। ਫਾਰਵਰਡ ਬਾਇਸਿੰਗ ਦੇ ਵਿੱਚ ਪੀਐਨ ਜੰਕਸ਼ਨ ਦੇ ਵਿੱਚ ਬਹੁਤ ਕਰੰਟ ਫਲੋ ਕਰਦਾ ਹੈ ਤਾਂ ਇਸ ਦਾ ਮਤਲਬ ਇਸ ਦੀ ਰੈਜ਼ਿਸਟੈਂਸ, ਪੀਐਨ ਜੰਕਸ਼ਨ ਦੀ ਰੈਜ਼ਿਸਟੈਂਸ ਫਾਰਵਰਡ ਬਾਇਸਿੰਗ ਦੇ ਵਿੱਚ ਕੀ ਹੋ ਜਾਂਦੀ ਹੈ, ਬਹੁਤ ਘਟ ਜਾਂਦੀ ਹੈ। ਕਿੰਨੀ ਘਟ ਜਾਂਦੀ ਹੈ, ਆਲਮੋਸਟ ਜ਼ੀਰੋ ਕਹਿ ਸਕਦੇ ਹਾਂ ਆਪਾਂ, ਠੀਕ ਹੈ। ਕਰੰਟ ਜ਼ਿਆਦਾ ਹੋਏਗਾ ਤਾਂ ਰੈਜ਼ਿਸਟੈਂਸ ਘੱਟ ਹੀ ਹੋਏਗੀ। ਤਾਂ ਫਾਰਵਰਡ ਬਾਇਸਿੰਗ ਦੇ ਵਿੱਚ ਪੀਐਨ ਜੰਕਸ਼ਨ ਦੀ ਰੈਜ਼ਿਸਟੈਂਸ ਕੀ ਹੁੰਦੀ ਹੈ ਬੇਟਾ, ਘੱਟ ਹੁੰਦੀ ਹੈ। ਤਾਂ ਦੇਖੋ ਬੈਰੀਅਰ ਪੋਟੈਂਸ਼ੀਅਲ ਦੀ ਇੱਥੇ ਆਪਾਂ ਗੱਲ ਕਰ ਰਹੇ ਹਾਂ। ਜਦੋਂ ਆਪਾਂ ਕੋਈ ਵੀ ਬੈਟਰੀ ਨਹੀਂ ਅਪਲਾਈ ਕੀਤੀ ਤਾਂ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ ਦੇਖੋ ਕਿੰਨਾ ਫਰਕ ਹੈ। 1 ਵਾਲੀ ਕਰਵ ਕਿੰਨੀ ਉੱਪਰ ਹੈ ਇਸ ਕਰਵ ਦੇ ਨਾਲੋਂ, ਬਟ ਜਿਵੇਂ ਹੀ ਆਪਾਂ ਵੋਲਟੇਜ ਅਪਲਾਈ ਕੀਤੀ ਇਹਦੀ ਕਰਵ ਨੀਚੇ ਹੋ ਗਈ ਤਾਂ ਇੰਨਾ ਕੁ ਡਿਫਰੈਂਸ ਰਹਿ ਗਿਆ। ਜਦੋਂ ਹਾਈ ਵੋਲਟੇਜ ਅਪਲਾਈ ਕਰਾਂਗੇ ਫਿਰ ਡਿਫਰੈਂਸ ਕੀ ਹੋ ਗਿਆ, ਘਟ ਗਿਆ। ਇਹ ਬੈਰੀਅਰ ਹਾਈਟ ਘਟ ਰਹੀ ਹੈ, ਠੀਕ ਹੈ, ਬੈਰੀਅਰ ਪੋਟੈਂਸ਼ੀਅਲ ਦੀ ਵੈਲਿਊ ਘਟ ਰਹੀ ਹੈ। ਤਾਂ ਜਿਵੇਂ ਜਿਵੇਂ ਫਾਰਵਰਡ ਬਾਇਸ ਦੀ ਵੈਲਿਊ ਜਿਹੜੀ ਆਪਾਂ ਐਕਸਟਰਨਲ ਵੋਲਟੇਜ ਅਪਲਾਈ ਕੀਤੀ ਉਹਦੀ ਵੈਲਿਊ ਵਧੀ ਜਾਏਗੀ, ਬੈਰੀਅਰ ਹਾਈਟ ਕੀ ਹੋਈ ਜਾਏਗੀ, ਘਟੀ ਜਾਏਗੀ ਤੇ ਉਹਦੀ ਵੈਲਿਊ ਕਿਵੇਂ ਕਿਵੇਂ ਚੇਂਜ ਹੋਈ ਜਾਏਗੀ, VB ਮਾਈਨਸ V ਕੀ ਹੈ, ਜਿਹੜੀ ਆਪਾਂ ਫਾਰਵਰਡ ਵੋਲਟੇਜ ਅਪਲਾਈ ਕਰ ਰਹੇ ਹਾਂ। VB ਕੀ ਹੈ, ਜਿਹੜੀ ਬੈਰੀਅਰ ਵੋਲਟੇਜ ਸੀ। ਜਦੋਂ ਬੈਰੀਅਰ ਪੋਟੈਂਸ਼ੀਅਲ ਘਟੇਗਾ ਤਾਂ ਉਸਦੀ ਰੈਜ਼ਿਸਟੈਂਸ ਕੀ ਹੋ ਜਾਏਗੀ, ਘਟ ਜਾਏਗੀ। ਡਿਪਲੀਸ਼ਨ ਲੇਅਰ ਦੀ ਵੈਲਿਊ ਕੀ ਹੋ ਜਾਏਗੀ ਬੇਟਾ, ਘਟ ਜਾਏਗੀ। ਵਿਡਥ ਡਿਕਰੀਜ਼ ਹੋ ਜਾਏਗੀ ਜਾਂ ਆਪਾਂ ਕਹਿ ਸਕਦੇ ਹਾਂ ਡਿਪਲੀਸ਼ਨ ਲੇਅਰ ਥਿਨ ਹੋ ਜਾਏਗੀ। ਇਹਨਾਂ ਸਰਕਿਟਸ ਦੇ ਵਿੱਚ, ਇਹਨਾਂ ਵਾਲੀਆਂ ਕੰਡੀਸ਼ਨਸ ਦੇ ਵਿੱਚ ਫਾਰਵਰਡ ਕਰੰਟ ਕੀ ਹੋਏਗਾ, ਇਨਕਰੀਜ਼ ਹੋਏਗਾ ਬਾਏ ਲਾਰਜ ਵੈਲਿਊ। ਤਾਂ ਹੁਣ ਇਹਦੇ ਵਿੱਚ ਬੇਸਿਕਲੀ ਹੁਣ ਯਾਦ ਰੱਖਣਾ ਹੈ ਕਿ ਪੀਐਨ ਜੰਕਸ਼ਨ ਜਦੋਂ ਫਾਰਵਰਡ ਬਾਇਸ ਹੁੰਦਾ ਹੈ ਤਾਂ ਪੀਐਨ ਜੰਕਸ਼ਨ ਦੀ ਰੈਜ਼ਿਸਟੈਂਸ ਕੀ ਹੋ ਜਾਂਦੀ ਹੈ, ਬਹੁਤ ਘਟ ਜਾਂਦੀ ਹੈ ਤੇ ਉਹਦੇ ਵਿੱਚੋਂ ਹਾਈ ਕਰੰਟ ਫਲੋ ਕਰਦਾ ਹੈ। ਅਗਰ ਇਸ ਦੀ ਕਰੈਕਟਰਿਸਟਿਕਸ ਦੀ ਗੱਲ ਕਰੀਏ, ਕਰੈਕਟਰਿਸਟਿਕਸ ਕੀ ਹੁੰਦੀਆਂ ਬੇਟਾ, ਇਟ ਇਜ਼ ਦੀ ਗ੍ਰਾਫਿਕਲ ਰਿਲੇਸ਼ਨ ਬਿਟਵੀਨ ਵੋਲਟੇਜ ਅਪਲਾਈਡ ਐਂਡ ਦੀ ਕਰੰਟ ਫਲੋਇੰਗ ਥਰੂ ਦਾ ਗਿਵਨ ਜੰਕਸ਼ਨ। ਮਤਲਬ ਕਰੈਕਟਰਿਸਟਿਕਸ ਕੀ ਹੈ, ਗ੍ਰਾਫ ਹੈ ਕਿਹਦੇ ਵਿੱਚ, ਵੋਲਟੇਜ ਤੇ ਕਰੰਟ ਦੇ ਵਿੱਚ, VI ਗ੍ਰਾਫ, ਬਟ ਉਹਨੂੰ ਗ੍ਰਾਫ ਨਹੀਂ ਬੋਲਦੇ, ਉਹਨੂੰ ਕੀ ਬੋਲਦੇ ਆ, ਕਰੈਕਟਰਿਸਟਿਕਸ। ਤਾਂ ਆਪਾਂ ਨੂੰ ਪਤਾ ਹੈ ਜਦੋਂ ਆਪਾਂ ਸਰਕਿਟ ਫਾਰਵਰਡ ਬਾਇਸ ਕਰ ਰਹੇ ਹਾਂ ਪੀਐਨ ਜੰਕਸ਼ਨ ਨੂੰ ਤਾਂ ਕਰੰਟ ਚੇਂਜ ਹੋ ਰਿਹਾ ਹੈ ਵੋਲਟੇਜ ਦੇ ਨਾਲ, ਆਪਾਂ ਉਸੇ ਚੀਜ਼ ਦਾ ਗ੍ਰਾਫ ਬਣਾਉਣਾ ਹੈ। ਤਾਂ ਦੇਖੋ ਬੇਟਾ ਸਰਕਿਟ ਡਾਇਗਰਾਮ, ਪੀਐਨ ਜੰਕਸ਼ਨ ਆਪਾਂ ਲਗਾ ਲਿਆ, ਆਪਾਂ ਨੇ ਵੋਲਟੇਜ ਮੇਜਰ ਕਰਨੀ ਹੈ, ਉਹਦੇ ਵਾਸਤੇ ਵੋਲਟ ਮੀਟਰ ਪੈਰਲਲ ਦੇ ਵਿੱਚ ਲੱਗੇਗਾ, ਐਮ ਮੀਟਰ ਕੀ ਹੋਏਗਾ, ਸੀਰੀਜ਼ ਦੇ ਵਿੱਚ ਲੱਗੇਗਾ। ਤੇ ਇਹ ਕੀ ਹੈ, ਰਿਓਸਟੈਟ ਕਰੰਟ ਨੂੰ ਕੰਟਰੋਲ ਕਰਨ ਵਾਸਤੇ। ਰਿਓਸਟੈਟ ਕੀ ਹੁੰਦਾ, ਵੇਰੀਏਬਲ ਰੈਜ਼ਿਸਟੈਂਸ। ਤੇ ਇੱਥੇ ਦੇਖੋ ਬੈਟਰੀ ਕਿਵੇਂ ਕਨੈਕਟ ਕੀਤੀ ਹੋਈ ਹੈ, ਨੈਗੇਟਿਵ ਟਰਮੀਨਲ N ਦੇ ਨਾਲ, ਪੋਜ਼ਿਟਿਵ ਟਰਮੀਨਲ ਇੱਥੋਂ ਹੁੰਦਾ ਹੋਇਆ ਕਿਹਦੇ ਨਾਲ, P ਦੇ ਨਾਲ। ਤਾਂ ਇਹ ਫਾਰਵਰਡ ਬਾਇਸਿੰਗ ਦੀ ਹੈ। ਜਿਵੇਂ ਜਿਵੇਂ ਆਪਾਂ ਬੈਟਰੀ ਦੀ ਵੈਲਿਊ ਚੇਂਜ ਕਰੀ ਜਾਵਾਂਗੇ, ਇੱਥੇ ਆਪਣੇ ਕੋਲ ਵੋਲਟੇਜ ਦੀ ਵੈਲਿਊ ਵੀ ਚੇਂਜ ਪਤਾ ਲੱਗੀ ਜਾਏਗੀ, ਕਰੰਟ ਦੀ ਵੈਲਿਊ ਵੀ ਪਤਾ ਲੱਗੀ ਜਾਏਗੀ। ਤਾਂ ਇਹਦੇ ਤੋਂ ਆਪਾਂ ਕੀ ਬਣਾ ਸਕਦੇ ਹਾਂ ਬੇਟਾ, ਇੱਕ ਗ੍ਰਾਫ ਬਣਾ ਸਕਦੇ ਹਾਂ, ਫਾਰਵਰਡ ਬਾਇਸਡ ਵੋਲਟੇਜ ਤੇ ਫਾਰਵਰਡ ਕਰੰਟ। ਸਟਾਰਟਿੰਗ ਦੇ ਵਿੱਚ ਵੈਲਿਊ ਕਰੰਟ ਦੀ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਜਿੰਨੀ ਇੱਕ ਬੈਰੀਅਰ ਪੋਟੈਂਸ਼ੀਅਲ ਦੀ ਵੈਲਿਊ ਹੈ, ਜਿਵੇਂ ਆਪਾਂ ਜਰਮੇਨੀਅਮ ਵਾਸਤੇ ਪੜ੍ਹਿਆ ਸੀ ਬੇਟਾ, ਬੈਰੀਅਰ ਪੋਟੈਂਸ਼ੀਅਲ ਦੀ ਵੈਲਿਊ ਕਿੰਨੀ ਹੁੰਦੀ ਹੈ, 0.3 ਵੋਲਟ। ਸਿਲੀਕੌਨ ਦੀ ਬੈਰੀਅਰ ਪੋਟੈਂਸ਼ੀਅਲ ਦੀ ਵੈਲਿਊ ਕਿੰਨੀ ਹੁੰਦੀ ਹੈ, 0.7। ਤਾਂ ਆਪਾਂ ਨੂੰ 12 ਵੋਲਟੇਜ ਉਹਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਅਪਲਾਈ ਕਰਨੀ ਪਏਗੀ। ਤਾਂ ਜਦੋਂ ਹੀ ਉਸ ਤੋਂ ਜ਼ਿਆਦਾ ਵੈਲਿਊ ਆਪਾਂ ਵੋਲਟੇਜ ਦੀ ਅਪਲਾਈ ਕਰਾਂਗੇ, ਕਰੰਟ ਕੀ ਹੋ ਜਾਏਗਾ, ਹਾਈ ਫਲੋ ਕਰਨ ਲੱਗ ਜਾਏਗਾ। ਤਾਂ ਜਿਸ ਵੋਲਟੇਜ ਤੋਂ ਬਾਅਦ ਇੱਕਦਮ ਕਰੰਟ ਫਲੋ ਕਰਨ ਲੱਗ ਜਾਂਦਾ ਹੈ, ਜ਼ਿਆਦਾ ਕਰੰਟ ਫਲੋ ਕਰਨ ਲੱਗ ਜਾਂਦਾ ਹੈ, ਉਸ ਵੋਲਟੇਜ ਨੂੰ ਆਪਾਂ ਕੀ ਕਹਿੰਦੇ ਆ,
ਨੀ ਵੋਲਟੇਜ। ਕਲੀਅਰ ਹੈ। ਤਾਂ ਇਹ ਸਾਰਾ ਸੀ ਬੇਟਾ ਫਾਰਵਰਡ ਬਾਇਸਿੰਗ ਦਾ। ਹੁਣ ਆਪਾਂ ਰਿਵਰਸ ਬਾਇਸਿੰਗ ਬਾਰੇ ਪੜਾਂਗੇ ਕਿ ਕਿਵੇਂ ਰਿਵਰਸ ਬਾਇਸਿੰਗ ਦੇ ਵਿੱਚ ਕਰੰਟ ਚੇਂਜ ਹੋਏਗਾ। ਤਾਂ ਦੇਖੋ ਹੁਣ P ਕਿਸ ਦੇ ਨਾਲ ਕਨੈਕਟਡ ਹੈ ਬੇਟਾ, ਨੈਗੇਟਿਵ ਦੇ ਨਾਲ। N ਟਾਈਪ ਸੈਮੀਕੰਡਕਟਰ ਕਿਹਦੇ ਨਾਲ ਕਨੈਕਟਡ ਹੈ, ਪੋਜ਼ਿਟਿਵ ਟਰਮੀਨਲ ਦੇ ਨਾਲ। ਤਾਂ ਜਦੋਂ ਇਹ ਕਨੈਕਸ਼ਨ ਹੋਵੇ ਤਾਂ PN ਜੰਕਸ਼ਨ ਨੂੰ ਕੀ ਕਿਹਾ ਜਾਂਦਾ ਹੈ, ਦੈਟ ਇਟ ਇਜ਼ ਰਿਵਰਸ ਬਾਇਸਡ। ਸਰਕਿਟ ਡਾਇਗਰਾਮ ਇਸ ਦੀ ਦੇਖੋ, ਨੈਗੇਟਿਵ ਪੋਜ਼ਿਟਿਵ ਦੇ ਨਾਲ, ਪੋਜ਼ਿਟਿਵ ਨੈਗੇਟਿਵ ਦੇ ਨਾਲ। ਸੋ ਇਨ ਥੀਸ ਕੰਡੀਸ਼ਨਸ PN ਜੰਕਸ਼ਨ ਇਜ਼ ਰਿਵਰਸ ਬਾਇਸਡ। ਬੇਟਾ ਹੁਣ ਇਸ ਦੇ ਵਿੱਚ ਕੀ ਹੋਏਗਾ, ਜਦੋਂ ਫਾਰਵਰਡ ਬਾਇਸ ਸੀ PN ਜੰਕਸ਼ਨ, ਡਿਪਲੀਸ਼ਨ ਲੇਅਰ ਘਟ ਰਹੀ ਸੀ, ਬੈਰੀਅਰ ਪੋਟੈਂਸ਼ੀਅਲ ਵੀ ਘਟ ਰਿਹਾ ਸੀ, ਕਰੰਟ ਕੀ ਹੋ ਰਿਹਾ ਸੀ, ਇਨਕਰੀਜ਼ ਹੋ ਰਿਹਾ ਸੀ। ਬਟ ਅਗਰ ਇਸ ਦੇ ਵਿੱਚ ਦੇਖੀਏ ਆਪਾਂ, ਇੱਥੇ ਪੋਜ਼ਿਟਿਵ ਪੋਟੈਂਸ਼ੀਅਲ ਕਨੈਕਟਡ ਹੈ, ਬੈਟਰੀ ਜਿਹੜੀ ਫਿਕਟੀਸ਼ੀਅਸ ਬੈਟਰੀ ਹੈ ਉਹਦਾ ਕਿਹੜੀ ਟਰਮੀਨਲ ਹੈ ਇੱਧਰ ਪੋਜ਼ਿਟਿਵ, ਇੱਧਰ ਕਿਹੜਾ ਨੈਗੇਟਿਵ। ਤਾਂ ਦੇਖੋ ਬੇਟਾ ਇੱਥੇ ਨੈਗੇਟਿਵ, ਇੱਥੇ ਵੀ ਨੈਗੇਟਿਵ, ਇੱਥੇ ਪੋਜ਼ਿਟਿਵ, ਇੱਥੇ ਵੀ ਪੋਜ਼ਿਟਿਵ। ਤਾਂ ਇਹਦਾ ਮਤਲਬ ਜਿਹੜੀ ਆਪਾਂ ਬਾਹਰੋਂ ਵੋਲਟੇਜ ਅਪਲਾਈ ਕਰ ਰਹੇ ਹਾਂ ਉਹ ਕੀ ਕਰ ਰਿਹਾ ਹੈ, ਬੈਰੀਅਰ ਪੋਟੈਂਸ਼ੀਅਲ ਨੂੰ ਸਪੋਰਟ ਕਰ ਰਿਹਾ ਹੈ, ਜਾਂ ਕਹਿ ਸਕਦੇ ਹਾਂ ਬੈਰੀਅਰ ਪੋਟੈਂਸ਼ੀਅਲ ਨੂੰ ਵਧਾ ਰਿਹਾ ਹੈ। ਜੇ ਬੈਰੀਅਰ ਪੋਟੈਂਸ਼ੀਅਲ ਵਧੇਗਾ ਤਾਂ ਕਰੰਟ ਕੀ ਹੋਏਗਾ ਬੇਟਾ, ਕਰੰਟ ਤਾਂ ਰਿਡਿਊਸ ਹੀ ਹੋਏਗਾ, ਜਾਂ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਥੋੜਾ ਕਰੰਟ ਫਲੋ ਕਰੇਗਾ। ਉਹ ਵੀ ਥੋੜਾ ਕਰੰਟ ਕਿਹਦੇ ਕਰਕੇ ਫਲੋ ਕਰੇਗਾ, ਜਿਹੜੇ ਇਹਦੇ ਵਿੱਚ ਕਿਹੜੇ ਨੇ, ਮਾਈਨੋਰਿਟੀ ਕੈਰੀਅਰ। ਕਿਉਂਕਿ ਮੈਜੋਰਿਟੀ ਕੈਰੀਅਰਸ ਦਾ ਦੇਖੋ ਡਿਪਲੀਸ਼ਨ ਲੇਅਰ ਦਾ ਪੋਟੈਂਸ਼ੀਅਲ ਇੰਨਾ ਜ਼ਿਆਦਾ ਵੱਧ ਗਿਆ ਕਿ ਜਿਹੜੇ ਇੱਥੋਂ ਇਲੈਕਟ੍ਰੋਨਸ ਆ ਰਹੇ ਨੇ ਇਹਨੂੰ ਨਹੀਂ ਜਾਣ ਦੇਗਾ, ਇੱਧਰਲੇ ਹੋਲਸ ਇਸ ਜੰਕਸ਼ਨ ਨੂੰ ਕ੍ਰਾਸ ਨਹੀਂ ਕਰ ਪਾਉਣਗੇ। ਜੇ ਜੰਕਸ਼ਨ ਨੂੰ ਕ੍ਰਾਸ ਨਹੀਂ ਕਰ ਪਾਉਣਗੇ ਤਾਂ ਕਰੰਟ ਸਰਕਿਟ ਦੇ ਵਿੱਚ ਫਲੋ ਨਹੀਂ ਕਰੇਗਾ। ਕਲੀਅਰ। ਜਾਂ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਇੱਥੇ ਪੋਜ਼ਿਟਿਵ ਟਰਮੀਨਲ ਕਨੈਕਟਡ ਹੈ, ਤਾਂ ਜਿਹੜੇ ਇਹਦੇ ਇਲੈਕਟ੍ਰੋਨਸ ਨੇ, ਇਲੈਕਟ੍ਰੋਨਸ ਦੀ ਮੈਜੋਰਿਟੀ ਕੈਰੀਅਰਸ ਨੇ, ਉਹ ਕਿਹਦੇ ਵੱਲ ਅਟਰੈਕਟਡ ਹੋ ਜਾਣਗੇ, ਇਸ ਸਾਈਡ ਨੂੰ ਅਟਰੈਕਟ ਹੋਣਗੇ। ਸਿਮਿਲਰਲੀ ਇੱਥੇ ਨੈਗੇਟਿਵ ਟਰਮੀਨਲ ਕਨੈਕਟਡ ਹੈ, ਤਾਂ ਜਿਹੜੇ P ਟਾਈਪ ਸੈਮੀਕੰਡਕਟਰਸ ਦੇ ਵਿੱਚ ਹੋਲਸ ਜਿਹੜੇ ਕੀ ਨੇ ਮੈਜੋਰਿਟੀ ਕੈਰੀਅਰਸ, ਉਹ ਕਿਹਦੇ ਵੱਲ ਨੂੰ ਅਟਰੈਕਟ ਹੋਣਗੇ ਬੇਟਾ, ਨੈਗੇਟਿਵ ਪੋਟੈਂਸ਼ੀਅਲ ਵੱਲ ਅਟਰੈਕਟ ਹੋਣਗੇ। ਤਾਂ ਜੰਕਸ਼ਨ ਤੋਂ ਦੂਰ ਜਾ ਰਹੇ ਨੇ ਮੈਜੋਰਿਟੀ ਕੈਰੀਅਰ, ਜਦੋਂ ਜੰਕਸ਼ਨ ਤੋਂ ਦੂਰ ਜਾਣਗੇ ਤਾਂ ਡਿਪਲੀਸ਼ਨ ਲੇਅਰ ਕੀ ਹੋਏਗੀ, ਇਨਕਰੀਜ਼ ਹੋ ਜਾਏਗੀ, ਉਹਦੀ ਵਿਡਥ ਕੀ ਹੋ ਜਾਏਗੀ ਬੇਟਾ, ਇਨਕਰੀਜ਼ ਹੋਏਗੀ। ਵਿਡਥ ਇਨਕਰੀਜ਼ ਹੋਏਗੀ ਤਾਂ ਕਰੰਟ ਕੀ ਹੋਏਗਾ, ਫਲੋ ਨਹੀਂ ਕਰੇਗਾ। ਬਟ ਰਿਵਰਸ ਬਾਇਸਿੰਗ ਦੇ ਵਿੱਚ PN ਜੰਕਸ਼ਨ ਦੇ ਵਿੱਚ ਇੱਦਾਂ ਨਹੀਂ ਹੈ ਕਿ ਕਰੰਟ ਬਿਲਕੁਲ ਜ਼ੀਰੋ ਹੁੰਦਾ, ਕੁਝ ਕਰੰਟ ਫਲੋ ਕਰਦਾ। ਉਹ ਕਰੰਟ ਕਿਹਦੇ ਕਰਕੇ ਫਲੋ ਕਰਦਾ, ਦਿਸ ਇਜ਼ ਬਿਕੋਜ਼ ਆਫ ਮਾਈਨੋਰਿਟੀ ਕੈਰੀਅਰਸ। ਮਾਈਨੋਰਿਟੀ ਕੈਰੀਅਰਸ ਦੇਖੋ ਬੇਟਾ, ਪੋਜ਼ਿਟਿਵ ਪੋਟੈਂਸ਼ੀਅਲ ਆਪਾਂ ਕਨੈਕਟ ਕੀਤਾ। ਇਸ N ਟਾਈਪ ਸੈਮੀਕੰਡਕਟਰਸ ਦੇ ਵਿੱਚ ਜੇ ਇਲੈਕਟ੍ਰੋਨਸ ਨੇ ਤਾਂ ਕੁਝ ਹੋਲਸ ਵੀ ਹੈ ਨਾ, ਤਾਂ ਉਹ ਹੋਲਸ ਤਾਂ ਰਿਪੈਲ ਹੋਣਗੀਆਂ PN ਜੰਕਸ਼ਨ 'ਚ। ਸਿਮਿਲਰਲੀ P ਟਾਈਪ ਸੈਮੀਕੰਡਕਟਰ ਦੇ ਵਿੱਚ ਮੈਜੋਰਿਟੀ ਕੈਰੀਅਰਸ ਕੀ ਨੇ, ਹੋਲਸ, ਬਟ ਇਹਦੇ ਵਿੱਚ ਕੁਝ ਇਲੈਕਟ੍ਰੋਨਸ ਵੀ ਨੇ ਜਿਹੜੇ ਕੀ ਨੇ ਮਾਈਨੋਰਿਟੀ ਕੈਰੀਅਰਸ। ਉਹਨਾਂ ਇਲੈਕਟ੍ਰੋਨਸ ਨੂੰ ਇਹ ਰਿਪੈਲ ਕਰੇਗਾ। ਕਿੱਧਰ ਨੂੰ ਰਿਪੈਲ ਕਰੇਗਾ ਬੇਟਾ, ਜੰਕਸ਼ਨ ਵੱਲ ਨੂੰ। ਤਾਂ ਉਹ ਜੰਕਸ਼ਨ ਨੂੰ ਕ੍ਰਾਸ ਕਰਨਗੇ, ਤਾਂ ਇਹਦਾ ਮਤਲਬ ਇਸ PN ਜੰਕਸ਼ਨ ਦੇ ਵਿੱਚ ਮਾਈਨੋਰਿਟੀ ਕੈਰੀਅਰਸ ਦੀ ਮੂਵਮੈਂਟ ਕੀ ਹੋ ਜਾਏਗੀ, ਸਟਾਰਟ ਹੋ ਜਾਏਗੀ। ਤਾਂ ਕਰੰਟ ਕਿਹਦੇ ਕਰਕੇ ਹੋਏਗਾ, ਮਾਈਨੋਰਿਟੀ ਕੈਰੀਅਰਸ ਕਰਕੇ। ਤਾਂ ਦੇਖੋ ਬੇਟਾ ਇਹਦੇ ਵਿੱਚ ਹੁਣ ਕੀ ਪੁਆਇੰਟ ਯਾਦ ਰੱਖਣੇ ਹੈ ਕਿ ਬੈਰੀਅਰ ਪੋਟੈਂਸ਼ੀਅਲ ਕੀ ਹੋ ਜਾਂਦਾ ਹੈ, ਇਨਕਰੀਜ਼ ਹੋ ਜਾਂਦਾ ਹੈ। ਫਾਰਵਰਡ ਬਾਇਸਿੰਗ ਦੇ ਵਿੱਚ ਵੈਲਿਊ ਕੀ ਸੀ, VB - V, ਇਹਦੇ ਵਿੱਚ ਕੀ ਹੋ ਜਾਏਗਾ, VB + V। ਬੈਰੀਅਰ ਪੋਟੈਂਸ਼ੀਅਲ ਵਧੇਗਾ ਤਾਂ ਡਿਪਲੀਸ਼ਨ ਲੇਅਰ ਕੀ ਹੋ ਜਾਏਗੀ, ਵਾਈਡ ਹੋ ਜਾਏਗੀ। ਵਾਈਡ ਹੋਏਗੀ ਤਾਂ ਮੈਜੋਰਿਟੀ ਕੈਰੀਅਰਸ ਨੂੰ ਕੰਪਲੀਟਲੀ ਕੀ ਕਰ ਦੇਗੀ, ਬਲੌਕ ਕਰ ਦੇਗੀ। ਬਟ PN ਜੰਕਸ਼ਨ ਕੁਝ ਕੁ ਮਾਈਨੋਰਿਟੀ ਕੈਰੀਅਰਸ ਨੂੰ ਮੂਵ ਕਰਨ ਦੇਗਾ। ਤਾਂ ਇਹਦਾ ਮਤਲਬ ਉਹਦੇ ਵਿੱਚ ਕਿਉਂਕਿ ਮਾਈਨੋਰਿਟੀ ਨੇ ਬੇਟਾ, ਮਾਈਨੋਰਿਟੀ ਹੈ ਤਾਂ ਇਹਦਾ ਮਤਲਬ ਉਹਨਾਂ ਦਾ ਨੰਬਰ ਘੱਟ ਹੋਏਗਾ। ਜੇ ਚਾਰਜ ਦਾ ਨੰਬਰ ਘੱਟ ਹੈ ਤਾਂ ਕਰੰਟ ਵੀ ਘੱਟ ਹੋਏਗਾ। ਕਲੀਅਰ। ਤਾਂ ਆਲਮੋਸਟ ਬਹੁਤ ਥੋੜਾ, ਕਿੰਨਾ ਕੁ ਥੋੜਾ ਬੇਟਾ ਕਿ ਉਹਨੂੰ ਮਾਈਕਰੋ ਐਂਪੀਅਰ ਦੇ ਵਿੱਚ ਮੇਜਰ ਕਰਦੇ ਹਾਂ ਆਪਾਂ। ਜਿਹੜਾ ਫਾਰਵਰਡ ਬਾਇਸਿੰਗ ਦੇ ਵਿੱਚ ਕਰੰਟ ਹੁੰਦਾ ਉਹਨੂੰ ਆਪਾਂ ਮਿਲੀ ਐਂਪੀਅਰ 'ਚ ਮੇਜਰ ਕਰਦੇ ਹਾਂ,
ਬਟ ਰਿਵਰਸ ਬਾਇਸਿੰਗ ਦੇ ਵਿੱਚ ਕਰੰਟ ਇੰਨਾ ਥੋੜਾ ਹੁੰਦਾ ਹੈ ਕਿ ਆਪਾਂ ਉਹਨੂੰ ਮਾਈਕਰੋ ਐਂਪੀਅਰ ਦੇ ਵਿੱਚ ਮੇਜ਼ਰ ਕਰਦੇ ਹਾਂ। ਤਾਂ ਮਾਈਨੋਰਿਟੀ ਚਾਰਜ ਕੈਰੀਅਰਸ ਕੈਰੀ ਦੀ ਇਲੈਕਟ੍ਰਿਕ ਕਰੰਟ ਇਨ ਰਿਵਰਸ ਬਾਇਸਡ ਪੀਐਨ ਜੰਕਸ਼ਨ ਡਾਇਓਡ। ਅਗਰ ਆਪਾਂ ਰੈਜ਼ਿਸਟੈਂਸ ਦੀ ਗੱਲ ਕਰੀਏ ਪੀਐਨ ਜੰਕਸ਼ਨ ਦੇ, ਰੈਜ਼ਿਸਟੈਂਸ ਕੀ ਹੋਏਗੀ? ਰੈਜ਼ਿਸਟੈਂਸ ਕੀ ਕਰੇਗੀ? ਇਨਕਰੀਜ਼ ਕਰੇਗੀ, ਠੀਕ ਹੈ, ਕਿਉਂਕਿ ਮੈਜੋਰਿਟੀ ਕੈਰੀਅਰਸ ਨੂੰ ਤਾਂ ਮੂਵ ਕਰਨ ਹੀ ਨਹੀਂ ਦੇ ਰਹੀ, ਤਾਂ ਰੈਜ਼ਿਸਟੈਂਸ ਕੀ ਹੋ ਜਾਏਗੀ? ਉਹਦੀ ਹਾਈ ਹੋਏਗੀ। ਤਾਂ ਜਦੋਂ ਫਾਰਵਰਡ ਬਾਇਸ ਹੁੰਦਾ ਪੀਐਨ ਜੰਕਸ਼ਨ, ਉਸਦੀ ਰੈਜ਼ਿਸਟੈਂਸ ਕੀ ਹੁੰਦੀ ਹੈ? ਲੋ। ਜਦੋਂ ਰਿਵਰਸ ਬਾਇਸ ਹੁੰਦਾ ਪੀਐਨ ਜੰਕਸ਼ਨ, ਉਹਦੀ ਰੈਜ਼ਿਸਟੈਂਸ ਕੀ ਹੁੰਦੀ ਹੈ? ਹਾਈ। ਅਗਰ ਇਸ ਦੇ ਕਰੈਕਟਰਿਸਟਿਕਸ ਦੀ ਗੱਲ ਕਰੀਏ ਬੇਟਾ, ਤਾਂ ਦੇਖੋ ਇਸ ਦੇ ਵਿੱਚ ਸੇਮ ਤਰੀਕੇ ਦੇ ਨਾਲ ਆਪਾਂ ਕਰਨਾ ਹੈ। ਵੋਲਟ ਮੀਟਰ ਪੈਰਲਲ ਦੇ ਵਿੱਚ, ਸੀਰੀਜ਼ ਦੇ ਵਿੱਚ ਹੁਣ ਦੇਖੋ ਇੱਥੇ ਮਾਈਕਰੋ ਐਮੀਟਰ ਲਗਾਇਆ, ਉਹਦੇ ਵਿੱਚ ਕੀ ਸੀ? ਮਿਲੀ ਐਮੀਟਰ, ਇਹਦੇ ਵਿੱਚ ਕੀ ਹੋਏਗਾ? ਮਾਈਕਰੋ। ਫਿਰ ਰੀਓਸਟੈਟ ਲਗਾਇਆ ਤੇ ਬੈਟਰੀ ਦੇਖੋ ਹਾਈ ਪੋਟੈਂਸ਼ੀਅਲ ਲਗਾਇਆ। ਤਾਂ ਜਦੋਂ ਸਟਾਰਟਿੰਗ ਦੇ ਵਿੱਚ ਬਹੁਤ ਥੋੜਾ ਕਰੰਟ ਹੋਏਗਾ ਰਾਜੇ, ਬਿਲਕੁਲ ਹੀ ਆਲਮੋਸਟ ਜ਼ੀਰੋ ਕਹਿ ਸਕਦੇ ਹਾਂ ਆਪਾਂ, ਬਟ ਇਹ ਦੇਖੋ ਇਹ ਕਰਵ ਕੀ ਸ਼ੋ ਕਰ ਰਹੀ ਹੈ? ਆਪਾਂ ਤਾਂ ਕਹਿ ਰਹੇ ਹਾਂ ਕਰੰਟ ਬਿਲਕੁਲ ਜ਼ੀਰੋ ਹੋਏਗਾ, ਫਿਰ ਵੀ ਇੱਥੇ ਹਾਈ ਕਰੰਟ ਕਿਉਂ ਫਲੋ ਕਰ ਰਿਹਾ ਹੈ? ਤਾਂ ਬੇਟਾ ਰਿਵਰਸ ਬਾਇਸਿੰਗ ਦੇ ਵਿੱਚ ਜਦੋਂ ਆਪਾਂ ਵੋਲਟੇਜ ਜਿਹੜੀ ਆਪਾਂ ਐਕਸਟਰਨਲ ਵੋਲਟੇਜ ਲਗਾ ਰਹੇ ਹਾਂ, ਜੇ ਆਪਾਂ ਉਹਨੂੰ ਲਗਾਤਾਰ ਵਧਾਉਂਦੇ ਜਾਈਏ ਤਾਂ ਪੀਐਨ ਜੰਕਸ਼ਨ ਦੇ ਵਿੱਚ ਇੱਕ ਇਹ ਜੀ ਸਟੇਟ ਆਏਗੀ ਜਿਹਨੂੰ ਕੀ ਕਹਿੰਦੇ ਆ ਆਪਾਂ? ਬ੍ਰੇਕ ਡਾਊਨ, ਠੀਕ ਹੈ। ਬ੍ਰੇਕ ਡਾਊਨ ਦਾ ਮਤਲਬ ਕੀ ਹੈ ਕਿ ਆਪਾਂ ਪੀਐਨ ਜੰਕਸ਼ਨ ਨੂੰ ਇੰਨੀ ਕੁ ਵੋਲਟੇਜ ਦੇਤੀ ਕਿ ਜਿਹੜੇ ਉਹਦੇ ਵਿੱਚ ਐਟਮਸ ਸੀ ਜਾਂ ਵੇਲੈਂਸ ਇਲੈਕਟ੍ਰੋਨਸ ਸੀ, ਹੈ ਨਾ, ਇੱਕ ਕ੍ਰਿਸਟਲ ਦੇ ਵਿੱਚ ਬੇਟੇ ਐਟਮਸ ਤਾਂ ਪ੍ਰੈਜ਼ੈਂਟ ਹੋਏਂਗੇ, ਚਾਹੇ ਉਹਦੇ ਵਿੱਚ ਫ੍ਰੀ ਇਲੈਕਟ੍ਰੋਨਸ ਨਾ ਹੋਣ ਬਟ ਵੇਲੈਂਸ ਇਲੈਕਟ੍ਰੋਨਸ ਤਾਂ ਹੋਣਗੇ। ਜਦੋਂ ਆਪਾਂ ਐਕਸਟਰਨਲ ਵੋਲਟੇਜ ਅਪਲਾਈ ਕਰ ਰਹੇ ਹਾਂ ਤਾਂ ਜਿਹੜੇ ਉਹ ਵੇਲੈਂਸ ਇਲੈਕਟ੍ਰੋਨਸ ਹੈ ਉਹ ਵੀ ਕੀ ਹੋ ਜਾਂਦੇ ਆ? ਬੌਂਡ ਬ੍ਰੇਕ ਕਰ ਲੈਂਦੇ ਆ ਐਟਮ ਦੇ ਨਾਲੋਂ। ਬੌਂਡ ਬ੍ਰੇਕ ਕਰਨਗੇ, ਫ੍ਰੀ ਹੋ ਗਏ। ਜਿਵੇਂ ਜਿਵੇਂ ਫ੍ਰੀ ਇਲੈਕਟ੍ਰੋਨਸ ਵਧੀ ਜਾਣਗੇ, ਚਾਰਜ ਕੈਰੀਅਰਸ ਕੀ ਹੋ ਰਹੇ ਹੈ? ਇਨਕਰੀਜ਼ ਹੋ ਰਹੇ ਹੈ। ਚਾਰਜ ਕੈਰੀਅਰ ਇਨਕਰੀਜ਼ ਹੋਣਗੇ ਤਾਂ ਇੱਕਦਮ ਉਹਦੇ ਵਿੱਚ ਹਾਈ ਕਰੰਟ ਫਲੋ ਕਰਨ ਲੱਗ ਜਾਂਦਾ। ਬਟ ਜਦੋਂ ਵੀ ਆਪਾਂ ਪੀਐਨ ਜੰਕਸ਼ਨ, ਬੇਟਾ ਇਹਦੇ ਪ੍ਰੈਕਟੀਕਲ ਵੀ ਹੈ, ਆਪਾਂ ਲੈਬ ਦੇ ਵਿੱਚ ਵੀ ਇਹ ਪ੍ਰੈਕਟੀਕਲ ਮਤਲਬ ਕਰਕੇ ਦੇਖਦੇ ਹਾਂ ਤਾਂ ਸੇਮ ਹੀ ਕਰਵ ਜਿਹੜੀ ਆਪਾਂ ਇੱਥੇ ਕਰੈਕਟਰਿਸਟਿਕਸ ਦੀ ਗੱਲ ਕਰ ਰਹੇ ਹਾਂ ਉਹ ਸੇਮ ਆਪਾਂ ਪਲਾਟ ਕਰ ਸਕਦੇ ਹਾਂ ਗ੍ਰਾਫ, ਠੀਕ ਹੈ। ਬਟ ਜਦੋਂ ਆਪਾਂ ਪ੍ਰੈਕਟੀਕਲ ਕਰਦੇ ਹਾਂ ਰਿਵਰਸ ਬਾਇਸਿੰਗ ਦੇ ਵਿੱਚ ਆਪਾਂ ਕਦੇ ਵੀ ਵੋਲਟੇਜ ਬ੍ਰੇਕਡਾਊਨ ਵੋਲਟੇਜ ਤੋਂ ਜ਼ਿਆਦਾ ਨਹੀਂ ਕਰਦੇ, ਠੀਕ ਹੈ। ਆਪਾਂ ਅਪਲਾਈ ਹਮੇਸ਼ਾ ਵੋਲਟੇਜ ਬ੍ਰੇਕਡਾਊਨ ਵੋਲਟੇਜ ਤੋਂ ਘੱਟ ਕਰਦੇ ਹਾਂ। ਕਿਉਂ? ਕਿਉਂਕਿ ਜਦੋਂ ਹਾਈ ਕਰੰਟ ਫਲੋ ਕਰਦਾ ਹੈ ਤਾਂ ਪੀਐਨ ਜੰਕਸ਼ਨ ਦੇ ਡੈਮੇਜ ਹੋਣ ਦਾ ਡਰ ਰਹਿੰਦਾ ਹੈ। ਜਦੋਂ ਕਰੰਟ ਫਲੋ ਕਰੇਗਾ ਹੀਟਿੰਗ ਇਫੈਕਟ ਵੀ ਹੋਏਗਾ, ਉਸ ਹੀਟਿੰਗ ਕਰਕੇ ਪੀਐਨ ਜੰਕਸ਼ਨ ਕੀ ਹੋ ਸਕਦਾ ਹੈ? ਡੈਮੇਜ ਹੋ ਸਕਦਾ ਹੈ। ਤਾਂ ਕਦੇ ਵੀ ਇਸ ਬ੍ਰੇਕਡਾਊਨ ਵੋਲਟੇਜ ਤੋਂ ਜ਼ਿਆਦਾ ਆਪਾਂ ਅਪਲਾਈ ਨਹੀਂ ਕਰਨਾ। ਤਾਂ ਜਦੋਂ ਹੁਣ ਆਪਣੇ ਕੋਲ ਫਾਰਵਰਡ ਬਾਇਸਿੰਗ ਵੀ ਹੈ, ਰਿਵਰਸ ਬਾਇਸਿੰਗ ਵੀ ਹੈ, ਦੋਨਾਂ ਦੀਆਂ VI ਕਰੈਕਟਰਿਸਟਿਕਸ ਕੀਤੀਆਂ। ਜਦੋਂ ਆਪਾਂ ਕੰਪਲੀਟ VI ਕਰੈਕਟਰਿਸਟਿਕਸ ਬਣਾਈਏ ਤਾਂ ਇਸ ਸਾਈਡ ਕੀ ਆਏਗਾ? ਫਾਰਵਰਡ ਕਰੰਟ ਤੇ ਫਾਰਵਰਡ ਵੋਲਟੇਜ। ਕਰੰਟ ਦੇਖੋ ਇੱਦਾਂ ਇਨਕਰੀਜ਼ ਕਰੇਗਾ, ਐਕਸਪੋਨੈਂਸ਼ੀਅਲ ਕਰਵ ਹੋਏਗੀ। ਬਟ ਇਹਦੇ ਵਿੱਚ ਰਿਵਰਸ ਕਰੰਟ ਕਿੱਧਰ ਨੂੰ ਆਏਗਾ ਬੇਟਾ? ਥਰਡ ਕੁਆਡਰੈਂਟ ਦੇ ਵਿੱਚ। ਸਟਾਰਟਿੰਗ 'ਚ ਕੀ ਹੋਏਗਾ? ਬਹੁਤ ਸਮਾਲ ਕਰੰਟ, ਤੇ ਬ੍ਰੇਕਡਾਊਨ ਵੋਲਟੇਜ ਤੋਂ ਬਾਅਦ ਕੀ ਹੋ ਜਾਏਗਾ? ਇੱਕਦਮ ਹਾਈ ਕਰੰਟ ਫਲੋ ਕਰੇਗਾ। ਦੇਖੋ ਰਿਵਰਸ ਕਰੰਟ ਨੂੰ ਆਪਾਂ ਕਿਸ ਦੇ ਵਿੱਚ ਸ਼ੋ ਕਰ ਰਹੇ ਹਾਂ? ਮਾਈਕਰੋ ਐਮੀਟਰ ਦੇ ਵਿੱਚ। ਤੇ ਫਾਰਵਰਡ ਕਰੰਟ ਨੂੰ ਕਿਸ 'ਚ ਸ਼ੋ ਕਰਦੇ ਹਾਂ ਆਪਾਂ? ਮਿਲੀ ਐਮੀਟਰ ਦੇ ਵਿੱਚ, ਠੀਕ ਹੈ। ਸੋ ਦੈਟ ਆਲ ਵਾਜ਼ ਅਬਾਊਟ ਦੀ ਬਾਇਸਿੰਗ and characteristics of PN junction. Thank you so much.